ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਤਹ ਤੋਂ ਮਿਲ ਕੇ ਕਰੋ ਵਿਚਾਰ, ਈਤ ਊਤ ਕੀ ਸੋਝੀ ਪਰੇ। ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਕਿ ਜਦੋਂ ਸਾਡੇ ਮਨ ਦਾ ਵਾਸਾ ਸ਼ਿਵਪੁਰੀ ਵਿੱਚ ਹੋ ਜਾਂਦਾ, ਇਹਨੂੰ ਬੁੱਧ ਕਿਹਾ। ਅਤੇ ਮਹਾਰਾਜ ਕਹਿੰਦੇ ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਕਿ ਜਦੋਂ ਅਸੀਂ ਤ੍ਰੈ ਗੁਣਾਂ ਤੋਂ ਅਤੀਤ ਹੋ ਕੇ ਮਨ ਨੂੰ ਚੌਥੇ ਪਦ ਵਿੱਚ ਲੈ ਕੇ ਜਾਂਦੇ ਹਾਂ, ਉਸ ਵਕਤ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੁੰਦਾ। ਅਤੇ ਮਹਾਰਾਜ ਕਹਿੰਦੇ ਕਿ ਫਿਰ ਉੱਥੋਂ ਦਾ ਭੇਦ, ਜਿਹਨੂੰ 10ਵਾਂ ਦੁਆਰ ਵੀ ਕਿਹਾ ਆ, ਉਹ ਅਸੀਂ ਫਿਰ ਵਿਚਾਰ ਕਰਨੀ ਹੁੰਦੀ। ਮਹਾਰਾਜ ਕਹਿੰਦੇ ਤਹਿ ਤੋਂ ਮਿਲ ਕੇ ਕਰੋ ਵਿਚਾਰ, ਈਤ ਊਤ ਕੀ ਸੋਝੀ ਪਰੇ, ਤਾਂ ਸਾਨੂੰ ਜਿਹੜੇ ਲੋਕ ਅਤੇ ਪਰਲੋਕ ਦੀ ਸੋਝੀ ਦਾ ਭੇਦ ਆ ਜੇ। ਜਦੋਂ ਫਿਰ ਸਾਡਾ ਮਨ ਉਸ ਅਵਸਥਾ 'ਚ ਧਿਆਨ ਦੁਆਰਾ ਜਾਂਦਾ ਆ, ਸ਼ਿਵਪੁਰੀ 10ਵੇਂ ਦੁਆਰ ਨੂੰ ਵੀ ਕਿਹਾ ਹੈ। ਅਤੇ ਜਦੋਂ ਸਾਡਾ ਮਨ ਸ਼ਿਵਪੁਰੀ ਵਿੱਚ ਬੈਠਦਾ ਆ, ਧਿਆਨ 'ਚ ਬੈਠਦਾ, ਉਸ ਪਰਲੋਕ ਦੇ ਖੇਲ ਨੂੰ ਦੇਖਦਾ, ਫਿਰ ਇਸ ਲੋਕ ਦੇ ਵਿੱਚ ਆ ਕੇ ਅਸੀਂ ਵਿਚਾਰ ਕਰਨੀ ਹੁੰਦੀ, ਇਸ ਖੇਲ ਨੂੰ ਸਮਝਣਾ ਹੁੰਦਾ, ਜਿੱਥੇ ਸਾਨੂੰ ਲੋਕ ਅਤੇ ਪਰਲੋਕ ਦੀ ਸੋਝੀ ਆਉਂਦੀ। ਸ਼ਿਵ ਸ਼ਕਤੀ ਦਾ ਖੇਲ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ। ਸ਼ਿਵ ਕਿਆ ਆ, ਜੋ ਸਾਡੇ ਅੰਦਰ ਆਤਮ ਰਾਮ ਆ। ਸ਼ਕਤੀ ਕਿਆ ਆ, ਮਾਇਆ ਨੂੰ। ਜਿਹੜਾ ਅਸੀਂ ਇਸ ਖੇਲ ਦੇ ਵਿੱਚ ਖੇਲ ਰਹੇ ਹਾਂ, ਮਹਾਰਾਜ ਕਹਿੰਦੇ ਦੋ ਤਰਫਾ ਖੇਲ ਆ, ਦੋਵੇਂ ਤਰਫਾ ਉਪਾਇਨ ਵਿੱਚ ਸ਼ਕਤ ਸ਼ਿਵ ਵਾਸਾ। ਮਹਾਰਾਜ ਕਹਿੰਦੇ ਕਿ ਇਹ ਪਰਮਾਤਮਾ ਨੇ ਇੱਕ ਖੇਲ ਬਣਾਇਆ, ਸ਼ਕਤੀ ਦਾ ਅਤੇ ਸ਼ਿਵ ਦਾ। ਹੁਣ ਮਾਇਆ ਦੇ ਦੇਸ਼ ਵਿੱਚ ਜਿੱਥੇ ਅਸੀਂ ਵਿਚਰ ਰਹੇ, ਇਹਨੂੰ ਸ਼ਕਤੀ ਕਿਹਾ ਆ, ਅਤੇ ਮਾਇਆ ਅਤੇ ਬ੍ਰਹਮ ਆਪਸ ਵਿੱਚ ਰਮੇ ਹੋਏ ਆ। ਅਤੇ ਜਿੱਥੇ ਅਸੀਂ ਮਾਇਆ ਤੋਂ ਉੱਪਰ ਮਨ ਉੱਠ ਜਾਂਦਾ, ਉੱਥੇ ਵੀ ਪਰਮਾਤਮਾ ਆ। ਅਤੇ ਮਹਾਰਾਜ ਕਹਿੰਦੇ ਇਹ ਦੋ ਤਰਫਾ ਇੱਕ ਖੇਲ ਸ਼ੁਰੂ ਕੀਤਾ ਮਹਾਰਾਜ ਨੇ, ਸ਼ਿਵ ਅਤੇ ਸ਼ਕਤੀ ਦਾ। ਹੁਣ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਸਾਨੂੰ ਇਹ ਖੇਲ ਸਮਝਾਇਆ। ਫਿਰ ਜਿੱਥੇ ਸ਼ਿਵ ਸ਼ਬਦ ਆਉਂਦਾ ਆ, ਸ਼ਿਵ ਸ਼ਬਦ ਆਤਮਾ ਰਾਮ ਵਾਸਤੇ ਵੀ ਵਰਤਿਆ ਅਤੇ ਸ਼ਿਵ ਜੀ ਵਾਸਤੇ ਵੀ, ਜਿਹੜੇ ਆਕਾਰ ਦੇ ਵਿੱਚ ਸੰਸਾਰ 'ਚ ਆਏ। ਜਦੋਂ ਆਪਾਂ ਫਿਰ ਗੁਰਬਾਣੀ ਪੜ੍ਹਦੇ ਹਾਂ ਅਤੇ ਗੁਰਬਾਣੀ 'ਚ ਆਪਾਂ ਨੂੰ ਭੇਜ ਦਿੱਤਾ ਦੇ ਕਾਇਆ ਅੰਦਰ, ਸਾਡੇ ਇਸ ਸਰੀਰ ਨੂੰ ਕਾਇਆ ਕਿਹਾ। ਜਦੋਂ ਮਹਾਰਾਜ ਕਹਿੰਦੇ ਇਸ ਦੀ ਖੋਜ ਕਰਦੇ ਹਾਂ, ਅਤੇ ਮਹਾਰਾਜ ਕਹਿੰਦੇ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਓਪਤ ਜਿਤ ਸੰਸਾਰਾ, ਕਿ ਸਾਡੇ ਸਰੀਰ ਵਿੱਚ ਬ੍ਰਹਮਾ ਅਤੇ ਵਿਸ਼ਨ ਅਤੇ ਮਹੇਸ਼ ਸ਼ਿਵ ਜੀ ਨੂੰ ਕਿਹਾ ਹੈ। ਇਹ ਕਿਵੇਂ ਨੇ? ਇਹ ਗੁਣਾਂ ਦੇ ਰੂਪ ਵਿੱਚ। ਰਜੋਗੁਣ ਨੂੰ ਬ੍ਰਹਮਾ ਕਿਹਾ ਆ, ਤਮੋਗੁਣ ਨੂੰ ਸ਼ਿਵ ਜੀ ਕਿਹਾ ਆ, ਸਤੋਗੁਣ ਨੂੰ ਵਿਸ਼ਨੂੰ ਕਿਹਾ ਹੈ। ਕਿ ਜਦੋਂ ਸਾਡਾ ਮਨ ਰਜੋਗੁਣ 'ਤੇ ਹੁੰਦਾ ਆ, ਇੱਥੋਂ ਅਰਥਚਾਰਾ ਮਿਲਦਾ। ਜਦੋਂ ਤਮੋਗੁਣ 'ਤੇ ਹੁੰਦਾ, ਇੱਥੋਂ ਕਾਮ ਦਾ ਸੌਦਾ ਮਿਲਦਾ। ਅਤੇ ਜਦੋਂ ਸਤੋਗੁਣ 'ਤੇ ਹੁੰਦਾ, ਇੱਥੋਂ ਧਰਮ ਦਾ ਸੌਦਾ ਮਿਲਦਾ। ਹੁਣ ਮਹਾਰਾਜ ਨੇ ਗੁਰਬਾਣੀ ਵਿੱਚ ਆਪਾਂ ਨੂੰ ਭੇਜ ਦਿੱਤਾ, ਇੱਥੇ ਸ਼ਿਵ ਜੀ ਦੀ ਗੱਲ ਕੀਤੀ, ਜਿਹੜੇ ਤੱਤਾਂ ਦੇ ਰੂਪ ਵਿੱਚ, ਤੱਤਾਂ ਨੂੰ ਅਗਨ ਤੱਤ ਨੂੰ ਵੀ ਸ਼ਿਵ ਕਿਹਾ ਆ। ਫਿਰ ਜਿਹੜੇ ਅਸੀਂ ਤਮੋਗੁਣ ਧਾਤ ਦੇ ਰਸਤੇ 'ਤੇ ਚੱਲਦੇ ਹਾਂ, ਰਜੋਗੁਣ ਅਤੇ ਤਮੋਗੁਣ, ਜਦੋਂ ਤਮੋਗੁਣ 'ਤੇ ਹੁੰਦਾ ਮਨ, ਉਦੋਂ ਤਮੋਗੁਣ ਨੂੰ ਵੀ ਸ਼ਿਵ ਜੀ ਕਿਹਾ। ਇਹ ਜਦੋਂ ਆਪਾਂ ਫਿਰ ਗੁਰਬਾਣੀ ਵਿੱਚ ਪੜ੍ਹਦੇ ਹਾਂ, ਮਹਾਰਾਜ ਆਪਾਂ ਨੂੰ ਸਾਰਾ ਫਿਰ ਖੇਲ ਸਮਝਾਉਂਦੇ ਆ ਕਿ ਜਿਹੜਾ ਅਸੀਂ ਹੁਣ ਸ਼ਿਵ ਸ਼ਕਤੀ ਦਾ ਖੇਲ ਗੁਰਬਾਣੀ ਰਾਹੀਂ ਸਮਝਦੇ ਹਾਂ, ਇੱਥੇ ਸ਼ਿਵ ਆਤਮ ਰਾਮ ਨੂੰ ਕਿਹਾ ਆ, ਜੋ ਸਾਡੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ, ਅਤੇ ਸ਼ਕਤੀ ਮਾਇਆ ਨੂੰ ਕਿਹਾ ਹੈ। ਹੁਣ ਜਦੋਂ ਅਸੀਂ ਇਸ ਖੇਲ ਦੇ ਵਿੱਚ ਆਉਂਦੇ ਹਾਂ, ਅਸੀਂ ਸ਼ਕਤੀ ਦੇ ਘਰ ਵਿੱਚ ਆ ਕੇ ਸਾਡਾ ਮਨ ਸੌਂ ਜਾਂਦਾ, ਭੁੱਲ ਜਾਂਦਾ ਪਰਮਾਤਮਾ ਨੂੰ, ਆਤਮਾ ਨੂੰ, ਮਨ ਨੂੰ। ਅਤੇ ਜਦੋਂ ਫਿਰ ਇਹ ਸ਼ਕਤੀ ਦੇ ਘਰ ਆਉਂਦਾ, ਇੱਥੇ ਆ ਕੇ ਖੇਲਣਾ ਸ਼ੁਰੂ ਕਰ ਦਿੰਦਾ। ਹੁਣ ਸ਼ਕਤੀ ਦੇ ਘਰ ਦੇ ਵਿੱਚੋਂ ਅਸੀਂ ਸ਼ਿਵ ਘਰ ਵਿੱਚ ਜਾਣਾ, ਜਿਹਨੂੰ ਸ਼ਿਵਪੁਰੀ ਕਿਹਾ ਆ, ਸ਼ਿਵ ਨਗਰੀ ਕਿਹਾ ਗੁਰਬਾਣੀ ਦੇ ਵਿੱਚ। ਸ਼ਿਵ ਨਗਰੀ 10ਵੇਂ ਦੁਆਰ ਨੂੰ ਕਿਹਾ ਆ। ਜਿਹੜਾ ਆਪਾਂ ਪੜ੍ਹਦੇ ਨਾ, ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਸ਼ਿਵ ਕੀ ਪੁਰੀ ਬਸੇ ਬੁੱਧ ਸਾਰ। ਫਿਰ ਜਦੋਂ ਆਪਾਂ ਅੱਗੇ ਗੁਰਬਾਣੀ ਰਾਹੀਂ ਭੇਦ ਲਾਂਗੇ, ਫਿਰ ਗੁਰੂ ਸਾਹਿਬ ਆਪਾਂ ਨੂੰ ਸ਼ਿਵ ਨਗਰੀ ਬਾਰੇ ਦੱਸਦੇ ਆ
ਕਿ ਜਿੱਥੇ ਆਤਮ ਰਾਮ ਸਾਡੇ ਅੰਦਰ ਵੱਸਦਾ ਆ, ਉਹ ਸ਼ਿਵ ਉਸ ਨੂੰ ਕਿਹਾ ਹੈ, ਉੱਥੇ ਸ਼ਿਵ ਦਾ ਵਾਸ ਆਇਆ। ਅਤੇ ਸਾਡਾ ਜਿਹੜਾ ਮਨ ਹੈ ਉਹ ਸ਼ਕਤੀ ਦੇ ਘਰ ਆਇਆ, ਮਾਇਆ ਦੇ ਘਰ ਵਿੱਚ ਆਇਆ। ਅਤੇ ਮਹਾਰਾਜ ਕਹਿੰਦੇ ਹੁਣ ਸ਼ਕਤੀ ਦੇ ਘਰ ਆ ਕੇ ਸਾਰਾ ਜੱਗ ਸੌਂ ਗਿਆ, ਸਖਤ ਗਿਆ ਆ ਮਾਇਆ ਨੂੰ। ਹੁਣ ਸ਼ਕਤੀ ਦੇ ਘਰ ਆ ਕੇ ਅਸੀਂ ਸੌਂ ਗਏ। ਜਿਉਂ ਹੀ ਅਸੀਂ ਮਾਇਆ ਦੇ ਦੇਸ਼ ਵਿੱਚ ਆਉਣੇ, ਇੱਥੇ ਮਾਇਆ ਦੇ ਦੇਸ਼ ਵਿੱਚ ਰਜੋਗੁਣ ਹੈ, ਤਮੋਗੁਣ ਹੈ, ਸਤੋਗੁਣ ਹੈ। ਅਤੇ ਜਦੋਂ ਸਾਡਾ ਮਨ ਧਾਤ ਦੇ ਰਸਤੇ 'ਤੇ ਚੱਲਦਾ, ਤਮੋਗੁਣ ਦਾ ਸਾਥ ਲੈ ਲੈਂਦਾ, ਕਾਮ ਕ੍ਰੋਧ ਲੋਭ ਹੰਕਾਰ ਇਹ ਮਨ ਨੂੰ ਸੁਆ ਦਿੰਦੇ। ਅਤੇ ਮਹਾਰਾਜ ਕਹਿੰਦੇ ਸ਼ਕਤੀ ਘਰ ਜਗਤ ਸੁੱਤਾ। ਇਹ ਸ਼ਕਤੀ ਦੇ ਘਰ ਵਿੱਚ ਆ ਕੇ, ਇਸ ਮਾਇਆ ਦੇ ਘਰ ਵਿੱਚ ਆ ਕੇ ਸਾਰਾ ਜੱਗ ਸੌਂ ਗਿਆ। ਮਹਾਰਾਜ ਕਹਿੰਦੇ ਸ਼ਕਤੀ ਘਰ ਜਗਤ ਸੁੱਤਾ, ਨਾਚੇ ਟਾਪੇ ਅਵਰੋ ਗਾਵੈ, ਮਨਮੁਖ ਭਗਤ ਨਾ ਹੋਈ। ਕਹਿੰਦੇ ਕਿ ਸ਼ਕਤੀ ਦੇ ਘਰ ਵਿੱਚ ਆ ਕੇ ਜਦੋਂ ਸਾਡਾ ਮਨ ਸੌਂ ਜਾਂਦਾ, ਇੱਥੇ ਨੱਚਦਾ ਆ, ਟੱਪਦਾ ਆ, ਗਾਉਂਦਾ ਫਿਰਦਾ ਆ, ਅਤੇ ਇਹ ਧਾਤ ਦੇ ਰਸਤੇ 'ਤੇ ਤੁਰਿਆ ਹੋਇਆ ਮਨਮੁਖ ਬਣ ਜਾਂਦਾ। ਅਤੇ ਫਿਰ ਜਿਹੜਾ ਮਨਮੁਖ ਹੈ ਉਹ ਭਗਤੀ ਨਹੀਂ ਕਰਦਾ। ਭਗਤੀ ਹੈ ਜਿਹੜੀ ਸਾਨੂੰ ਪਰਮਾਤਮਾ ਨਾਲ ਅਸੀਂ ਮਿਲਣਾ ਆ, ਜਿਹੜੀ ਅਸੀਂ ਸਿਮਰਨ ਕਰਦੇ ਹਾਂ, ਪਰਮਾਤਮਾ ਦੀ ਭਗਤੀ ਕਰਦੇ ਹਾਂ, ਪਰਮਾਤਮਾ ਦੇ ਅੰਦਰ ਨਾਮ ਨੂੰ ਸੁਣਦੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਬਿਨ ਭਗਤੀ ਮੈਲ ਨਾ ਜਾਏ। ਕਿਉਂਕਿ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਜਿਹੜੇ ਅਸੀਂ ਸੰਸਾਰ ਦੇ ਵਿੱਚ ਆਏ ਹਾਂ, ਖੇਲ ਦੇ ਵਿੱਚ ਆਏ ਹਾਂ, ਇੱਥੋਂ ਨਿਕਲਣ ਲਈ ਸਾਨੂੰ ਭਗਤੀ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ। ਅਤੇ ਗੁਰਮੁਖਾਂ ਦੀ ਭਗਤੀ ਮਹਾਰਾਜ ਕਹਿੰਦੇ ਕਿੱਥੇ ਸ਼ੁਰੂ ਹੁੰਦੀ ਆ? ਜਦੋਂ ਸਾਡੇ ਅੰਦਰ ਸਹਿਜ ਧੁਨ ਅਸੀਂ ਸੁਣਨ ਲੱਗ ਜਾਂਦੇ ਹਾਂ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ। ਅਤੇ ਮਹਾਰਾਜ ਕਹਿੰਦੇ ਭਗਤੀ ਤੋਂ ਬਿਨਾਂ ਫਿਰ ਮਨ ਦੀ ਮੈਲ ਨਹੀਂ ਲੱਥਦੀ। ਸੋ ਆਪਾਂ ਨੂੰ ਫਿਰ ਗੁਰਬਾਣੀ ਵਿੱਚ ਸਮਝਾਇਆ ਆ ਕਿ ਸ਼ਕਤੀ ਦੇ ਘਰ ਵਿੱਚ ਆ ਕੇ ਸਾਰਾ ਜਗਤ ਸੌਂ ਗਿਆ, ਸੰਸਾਰ ਸੌਂ ਗਿਆ। ਮਹਾਰਾਜ ਕਹਿੰਦੇ ਜਗ ਸੁੱਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ, ਭੇਦ ਨਹੀਂ ਲੱਗਦਾ, ਸੋਝੀ ਨਹੀਂ ਆਉਂਦੀ ਸਾਨੂੰ। ਅਤੇ ਮਹਾਰਾਜ ਕਹਿੰਦੇ ਇਵੇਂ ਜੱਗ ਸੁੱਤਾ ਆ ਜਾਂਦਾ ਅਤੇ ਸੁੱਤਾ ਹੀ ਸੰਸਾਰ ਜਿਹੜਾ ਚਲਾ ਜਾਂਦਾ। ਅਤੇ ਇੱਥੇ ਫਿਰ ਮਹਾਰਾਜ ਮਾਟੀ ਦਾ ਪੁੱਤਰਾ ਕਹਿੰਦੇ ਆ, ਕਹਿੰਦੇ ਕਿ ਕਿਵੇਂ ਨੱਚਦਾ ਆ, ਟੱਪਦਾ ਆ, ਬੋਲਦਾ ਆ, ਦੇਖਦਾ ਆ। ਅਤੇ ਇੱਥੇ ਫਿਰ ਸਮਝਾਉਂਦੇ ਆ ਕਿਵੇਂ ਅਸੀਂ ਗਿਆਨ ਇੰਦਰੀਆਂ ਦੁਆਰਾ ਫਿਰ ਸੌਂ ਜਾਂਦੇ ਹਾਂ। ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਕਹਿੰਦੇ ਕਿਵੇਂ ਸੰਸਾਰ ਜਿਹੜਾ ਸੁੱਤਾ ਹੋਇਆ, ਕਿਵੇਂ ਸੁੱਤਾ? ਮਹਾਰਾਜ ਕਹਿੰਦੇ ਤਿਹੀਂ ਗੁਣੀ ਸੰਸਾਰ ਬ੍ਰਹਮ ਸੁੱਤਾ। ਇਹ ਰਜੋਗੁਣ, ਤਮੋਗੁਣ, ਸਤੋਗੁਣ ਨੂੰ ਤ੍ਰੈ ਗੁਣ ਕਿਹਾ ਗੁਰਬਾਣੀ 'ਚ। ਅਤੇ ਮਹਾਰਾਜ ਕਹਿੰਦੇ ਇੱਦਾਂ ਤ੍ਰੈ ਗੁਣਾਂ ਦੇ ਵਿੱਚ ਸੰਸਾਰ ਸੁੱਤਾ। ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੋ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਕਿ ਰਸਨਾ ਵੀ, ਇਹ ਨੇਤਰ ਵੀ, ਇਹ ਸਰਵਣ ਵੀ, ਇਹਨਾਂ ਨੇਤਰਾਂ ਦੁਆਰਾ ਪਰਮਾਤਮਾ ਨੂੰ ਦੇਖਣਾ ਹੁੰਦਾ, ਲੇਕਿਨ ਉਹ ਭੁੱਲ ਜਾਂਦਾ, ਇਸ ਮਾਇਆ ਦੇ ਦੇਸ਼ ਵਿੱਚ ਦੇਖਦੇ ਰਹਿੰਦੇ ਅਸੀਂ। ਇਹਨਾਂ ਕੰਨਾਂ ਦੁਆਰਾ ਉਹ ਸੱਤ ਦੀ ਬਾਣੀ ਨੂੰ ਸੁਣਨਾ ਹੁੰਦਾ ਆ, ਜੋ ਗੁਰੂ ਸਾਹਿਬ ਕਹਿੰਦੇ ਆ ਇਹ ਸਰਵਣੋ ਮੇਰਿਓ, ਸਾਚੇ ਸੁਣਨੇ ਨੋ ਪਠਾਏ। ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੇ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਕਹਿੰਦੇ ਜਿਹਨੂੰ ਸੁਣਨ ਨਾਲ ਮਨ ਤੇ ਤਨ ਹਰਿਆ ਹੋ ਜਾਂਦਾ। ਇਹ ਸਰਵਣ ਇਸ ਲਈ ਲਾਏ ਕਿ ਉਹ ਸੱਤ ਦੀ ਬਾਣੀ ਨੂੰ ਅਸੀਂ ਸੁਣੀਏ। ਫਿਰ ਰਸਨਾ ਦਾ ਦੱਸਦਾ ਕਿ ਰਸਨਾ ਵੀ ਸੁੱਤੀ, ਕਾਲ ਨੇ ਜਾਲ ਪਾਇਆ। ਅਤੇ ਰਸਨਾ ਦੇ ਬਸ ਬੰਦ ਹੀ ਮਹਾਰਾਜ ਕਹਿੰਦੇ ਆ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰਤ ਕਿਤੇ, ਜੇ ਚਿਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰੀ ਦਾ ਰਸ ਇਸ ਰਸਨਾ 'ਤੇ ਨਹੀਂ ਆਉਂਦਾ, ਉਹਨਾਂ ਚਿਰ ਇਹ ਤ੍ਰੈ ਗੁਣਾਂ 'ਚ ਰਸਨਾ ਵੀ ਸੁੱਤੀ। ਅਤੇ ਮਹਾਰਾਜ ਕਹਿੰਦੇ ਇੱਦਾਂ ਸਾਡਾ ਫਿਰ ਮਨ ਸੋਇਆ ਮਾਇਆ ਬਿਸਮਾਦ। ਮਨ ਸਾਡਾ ਸੁੱਤਾ ਹੋਇਆ ਇਹ ਸ਼ਕਤੀ ਦੇ ਘਰ ਵਿੱਚ ਆ ਕੇ। ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ, ਗੁਰੂ ਸਾਹਿਬ ਸਾਨੂੰ ਸੋਝੀ ਦਿੰਦੇ ਆ। ਕਹਿੰਦੇ ਕਿ ਕਿਵੇਂ ਤੁਸੀਂ ਸ਼ਿਵ ਦੇ ਘਰ ਦੇ ਵਿੱਚ ਵਾਸਾ ਕਰ ਸਕਦੇ ਹੋ, ਕਿਵੇਂ ਤੁਸੀਂ ਦਸਵੇਂ ਦੁਆਰ ਦੇ ਵਿੱਚ ਵਾਸਾ ਕਰ ਸਕਦੇ ਆ, ਕਿਵੇਂ ਤੁਸੀਂ ਤ੍ਰੈ ਗੁਣਾਂ ਤੋਂ ਅਤੀਤ ਹੋ ਸਕਦੇ ਆ। ਜਿਹੜੇ ਸ਼ਕਤੀ ਦੇ ਘਰ ਵਿੱਚ ਸੁੱਤੇ ਕਿਵੇਂ ਤੁਸੀਂ ਜਾਗ ਸਕਦੇ ਆ। ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ, ਕਹਿੰਦੇ ਗੁਰ ਕੇ ਬਾਣ ਬਜਰ ਕਲ ਛੇਦੀ। ਕਿ ਗੁਰੂ ਦੇ ਜਿਹੜਾ ਹੁਣ ਆਪਾਂ ਅਭਿਆਸ ਕਰਦੇ ਸੀ, ਗੁਰੂ ਦੇ ਸ਼ਬਦ ਦਾ ਬਾਣ ਦੁਆਰਾ ਅਸੀਂ ਇਸ ਮਾਇਆ ਦੇ ਦੇਸ਼ ਤੋਂ ਉੱਪਰ ਉੱਠ ਸਕਦੇ ਹਾਂ। ਜਿਹਨੂੰ ਮਹਾਰਾਜ ਕਹਿੰਦੇ ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਖਤ ਅੰਧੇਰ ਜੇਵੜੀ ਭ੍ਰਮ ਚੁੱਕਾ,
ਨਿਸ਼ਚਲ ਸ਼ਿਵ ਕਰ ਵਾਸਾ। ਕਹਿੰਦੇ ਕਿ ਗੁਰੂ ਦੇ ਸ਼ਬਦ ਦੇ ਬਾਣ ਦੁਆਰਾ ਤੁਸੀਂ ਸ਼ਕਤੀ ਤੋਂ ਉੱਪਰ ਉੱਠ ਸਕਦੇ ਅਤੇ ਤੁਹਾਡਾ ਸ਼ਿਵ ਦੇ ਘਰ ਦੇ ਵਿੱਚ ਵਾਸਾ ਹੁੰਦਾ ਹੈ। ਹੁਣ ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦਿਆਂ ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ, ਅਸੀਂ ਇਸ ਮਾਇਆ ਦੇ ਦੇਸ਼ ਤੋਂ ਉੱਪਰ ਉੱਠ ਜਾਂਦੇ ਹਾਂ। ਪੌਣ ਦਾ ਸੰਪਰਕ ਸਰੀਰ ਨਾਲ ਰਹਿ ਜਾਂਦਾ। ਮਨ ਸਾਡਾ ਜਿੱਥੇ ਬੈਠਦਾ ਉਹਨੂੰ ਸੁਣ ਕਿਹਾ ਹੈ। ਮਹਾਰਾਜ ਗੁਰਬਾਣੀ 'ਚ ਦੱਸਦੇ, ਸਤਿਗੁਰ ਤੇ ਪਾਏ ਵਿਚਾਰਾ, ਸੁਨ ਸਮਾਦ ਸੱਚੇ ਕਰਬਾਰਾ। ਕਿ ਸਤਿਗੁਰ ਦੁਆਰਾ ਸਾਨੂੰ ਸੋਝੀ ਆਈ ਕਿ ਸਾਡਾ ਜਿਹੜਾ ਮਨ ਦਾ ਸੱਚਾ ਕਾਰੋਬਾਰ ਹੈ ਸੁਣਿਆ। ਅਤੇ ਜਦੋਂ ਗੁਰੂ ਦੇ ਸ਼ਬਦ ਦੇ ਬਾਣ ਦੁਆਰਾ ਅਸੀਂ ਇੱਦਾਂ ਅਭਿਆਸ ਕਰਦੇ ਹਾਂ, ਉਸ ਵਕਤ ਸਾਡਾ ਜਿਹੜਾ ਮਨ ਆ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਅਤੇ ਇਹ ਜਿਹੜੀ ਭਰਮ ਪਿਆ ਹੋਇਆ ਸ਼ਕਤੀ ਦੇ ਘਰ ਵਿੱਚ ਆ ਕੇ ਮਨ ਸੁੱਤਾ ਹੋਇਆ ਆ, ਇਹ ਸੁੱਤਾ ਹੋਇਆ ਮਨ ਫਿਰ ਜਾਗਦਾ ਆ, ਜਿੱਥੇ ਸੁੰਨ ਦੇ ਵਿੱਚ ਮਨ ਪ੍ਰਵੇਸ਼ ਹੋ ਜਾਂਦਾ ਅਤੇ ਸ਼ਬਦ ਪ੍ਰਗਟ ਹੁੰਦਾ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਆ, ਧੁਨ ਉਪਜੇ ਸ਼ਬਦ ਜਗਾਇਆ। ਕਿ ਜਦੋਂ ਅਸੀਂ ਅਨਹਦ ਸ਼ਬਦ ਸਹਿਜ ਧੁਨ ਅੰਦਰੋਂ ਨਾਮ ਨੂੰ ਸੁਣਦੇ ਹਾਂ, ਉਸ ਵਕਤ ਸਾਡਾ ਮਨ ਜਾਗਦਾ ਆ। ਇਹ ਤ੍ਰੈ ਗੁਣਾਂ ਤੋਂ ਅਤੀਤ ਹੁੰਦਾ ਹੈ। ਅਤੇ ਮਹਾਰਾਜ ਗੁਰਬਾਣੀ 'ਚ ਦੱਸਦੇ ਆ, ਫਿਰ ਉਹ ਜਿਹੜਾ ਸ਼ਿਵ ਦਾ ਘਰ ਆ ਉਹ ਨਿਸ਼ਚਲ ਆ। ਜਿਹੜਾ ਪਰਮਾਤਮਾ ਦਾ ਘਰ ਆ ਉਹਨੂੰ ਨਿਸ਼ਚਲ ਕਰਕੇ ਆ। ਨਿਸ਼ਚਲ ਕਹਿੰਦੇ ਜਿਹੜਾ ਹਿੱਲਦਾ ਨਹੀਂ, ਇੱਕ ਜਗ੍ਹਾ ਟਿਕਿਆ ਹੋਇਆ, ਜਿਹਨੂੰ ਥਿਰ ਕਹਿੰਦੇ ਆ। ਅਤੇ ਜਿਹੜਾ ਅਸੀਂ ਸੰਸਾਰ ਵਿੱਚ ਦੇਖਦੇ ਹਾਂ, ਇੱਥੇ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਸਮਝਾਇਆ ਹੈ ਕਿ ਜਿਹੜੀ ਸ਼ਿਵਪੁਰੀ ਸੰਸਾਰ 'ਚ ਹੈ, ਜਿੱਥੇ ਸ਼ਿਵ ਜੀ ਵਾਸਤੇ ਉਹਨੂੰ ਸ਼ਿਵਪੁਰੀ ਕਹਿੰਦੇ ਆ, ਜਿਹੜੇ ਆਕਾਰ ਦੇ ਵਿੱਚ ਆਏ। ਅਤੇ ਉੱਥੇ ਮਹਾਰਾਜ ਕਹਿੰਦੇ ਆ ਕਿ ਸ਼ਿਵਪੁਰੀ ਜਿਹੜੀ ਆ ਉਹ ਸਦੀਵੀ ਨਹੀਂ, ਕਹਿੰਦੇ ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕੱਲ੍ਹ। ਕਿ ਜਦੋਂ ਆਪਾਂ ਫਿਰ ਗੁਰਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਨੇ ਗੁਰਬਾਣੀ 'ਚ ਆਪਾਂ ਨੂੰ ਦੱਸਿਆ ਆ ਕਿ ਜਦੋਂ ਆਪਾਂ ਸਿਮਰਨ ਕਰਨਾ, ਉਹ ਸਿਮਰਨ ਕਰਕੇ ਵਿਚਾਰਾਂ ਤੋਂ ਰਹਿਤ ਹੋਣਾ, ਸਾਡਾ ਸ਼ਿਵ ਦੇ ਘਰ ਦੇ ਵਿੱਚ ਵਾਸਾ ਹੋ ਜਾਣਾ। ਫਿਰ ਇੱਥੇ ਹੁਣ ਸ਼ਿਵ ਪਰਮਾਤਮਾ ਨੂੰ ਕਿਹਾ। ਅਤੇ ਜਦੋਂ ਫਿਰ ਅਸੀਂ ਦੇਖਦੇ ਹਾਂ ਕਿ ਜਿਹੜਾ ਗੁਰੂ ਸਾਹਿਬ ਕਹਿੰਦੇ ਕਿ ਜਿੱਥੇ ਪਰਮਾਤਮਾ ਵਾਸਤੇ ਉਹ ਨਿਸ਼ਚਲ ਆ, ਪਰਮਾਤਮਾ ਵੀ ਨਿਸ਼ਚਲ ਆ। ਅਤੇ ਜਦੋਂ ਸਾਡੇ ਮਨ ਨੇ ਉੱਥੇ ਹੋ ਚਲੇ ਜਾਣਾ, ਨਿਸ਼ਚਲ ਕਹਿੰਦੇ ਥਿਰ, ਜਿਹੜਾ ਹਿੱਲਦਾ ਨਹੀਂ। ਅਤੇ ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਉੱਥੇ ਗਿਆ, ਇਹਨੇ ਵੀ ਨਿਸ਼ਚਲ ਹੋ ਜਾਣਾ। ਪਰ ਜਦੋਂ ਫਿਰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਕਿ ਜਿਹੜੇ ਸ਼ਿਵ ਜੀ ਆਕਾਰ ਦੇ ਵਿੱਚ ਆਏ, ਜਿੱਥੇ ਉਹਨਾਂ ਦਾ ਉਹ ਵਸਦੇ ਸੀ ਉਹਨਾਂ ਨੂੰ ਸ਼ਿਵਪੁਰੀ ਕਹਿਣ ਲੱਗ ਪਏ, ਜਿੱਥੇ ਬ੍ਰਹਮਾ ਵਸਦਾ ਸੀ ਉਹਨੂੰ ਬ੍ਰਹਮਪੁਰੀ ਕਹਿੰਦੇ ਸੀ, ਜਿੱਥੇ ਇੰਦਰ ਵਸਦਾ ਸੀ ਉਹਨੂੰ ਇੰਦਰਪੁਰੀ ਕਹਿੰਦੇ। ਅਤੇ ਮਹਾਰਾਜ ਕਹਿੰਦੇ ਉਹ ਨਿਸ਼ਚਲ ਨਹੀਂ, ਉਹ ਥਿਰ ਨਹੀਂ, ਉਹ ਵੀ ਮਾਰਗ 'ਤੇ ਚੱਲੇ ਹੋਏ। ਅਤੇ ਜਿੱਥੇ ਕਿ ਨਿਸ਼ਚਲ ਦੀ ਗੱਲ ਆਉਂਦੀ ਕਿ ਥਿਰ ਆ, ਉੱਥੇ ਫਿਰ ਗੁਰੂ ਸਾਹਿਬ ਆਪਾਂ ਨੂੰ ਗੁਰਬਾਣੀ 'ਚ ਦੱਸਦੇ ਕਿ ਸ਼ਿਵ ਦੇ ਘਰ ਵਿੱਚ ਸਾਡਾ ਵਾਸਾ ਹੁੰਦਾ, ਜਿਹੜਾ ਸਾਡਾ ਅਸਲੀ ਘਰ ਹੈ, ਜਿਹਨੂੰ ਦਸਵਾਂ ਦੁਆਰ ਕਿਹਾ ਹੈ। ਫਿਰ ਮਹਾਰਾਜ ਕਹਿੰਦੇ ਜਦੋਂ ਫਿਰ ਆਪਾਂ ਗੁਰੂ ਦੀ ਮੱਤ ਲੈ ਕੇ ਸਿਮਰਨ ਕਰਦੇ ਹਾਂ, ਉਸ ਵਕਤ ਕੀ ਹੁੰਦਾ ਆ ਕਿ ਇਹੀ ਚਾਰ ਪਦਾਰਥ ਲੈ ਕੇ ਅਸੀਂ ਸੰਸਾਰ ਵਿੱਚ ਆਏ, ਜਿਹਨੂੰ ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਗ ਜਨਮਿਆ। ਕਿ ਚਾਰ ਪਦਾਰਥ ਲੈ ਕੇ ਅਸੀਂ ਜਗ ਦੇ ਵਿੱਚ ਆਏ। ਕਿੱਥੇ ਆਏ? ਸ਼ਿਵ ਸ਼ਕਤੀ ਕਰ ਵਾਸ ਧਰੇ। ਮਹਾਰਾਜ ਕਹਿੰਦੇ ਜਦੋਂ ਅਸੀਂ ਸੰਸਾਰ ਵਿੱਚ ਆਉਣੇ ਆ, ਚਾਰ ਪਦਾਰਥ ਲੈ ਕੇ ਆਉਣੇ ਆ। ਇੱਥੇ ਫਿਰ ਕਿੱਥੇ ਆਉਣੇ ਆ? ਕਹਿੰਦੇ ਚਾਰ ਪਦਾਰਥ ਲੈ ਜਗ ਜਨਮਿਆ, ਸ਼ਿਵ ਸ਼ਕਤੀ ਕਰ ਵਾਸ ਧਰੇ। ਲਾਗੀ ਭੂਖ ਮਾਇਆ ਮਗ ਜੋਹੇ, ਮੁਕਤ ਪਦਾਰਥ ਮੋਹੇ ਖਰੇ। ਕਹਿੰਦੇ ਕਿ ਫਿਰ ਜਦੋਂ ਅਸੀਂ ਸੰਸਾਰ ਵਿੱਚ ਆਉਣੇ ਆ, ਇਹ ਸ਼ਿਵ ਸ਼ਕਤੀ ਦਾ ਘਰ ਕਿਹਾ ਇਹਨੂੰ। ਕਹਿੰਦੇ ਕਿ ਇੱਥੇ ਫਿਰ ਜਦੋਂ ਭੁੱਖ ਲੱਗਦੀ ਆ, ਸਾਨੂੰ ਦੁੱਧ ਮਿਲਦਾ ਹੈ, ਸਾਡਾ ਫਿਰ ਮਾਇਆ ਦੇ ਨਾਲ ਮੋਹ ਪੈਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜੇ ਅਸੀਂ ਚਾਰ ਪਦਾਰਥ ਲੈ ਕੇ ਆਉਣੇ ਆ, ਇੱਥੇ ਆ ਕੇ ਮਹਾਰਾਜ ਫਿਰ ਦੱਸਦੇ ਜਾਂਦੇ, ਚਾਰ ਪਦਾਰਥ ਲੈ ਜਗਾਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ, ਇੱਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਕਹਿੰਦੇ ਹੁਣ ਜਿਹੜੇ ਤੁਸੀਂ ਚਾਰ ਪਦਾਰਥ ਆਏ ਆ ਸ਼ਿਵ ਸ਼ਕਤੀ ਦੇ ਘਰ ਵਿੱਚ ਲੈ ਕੇ, ਉਹਦੇ ਵਿੱਚ ਜਿਹੜੇ ਤਿੰਨ ਪਦਾਰਥ ਆ ਉਹ ਕਾਲ ਦੇ ਦੇਸ਼ ਵਿੱਚ ਆ, ਅਤੇ ਜਿਹੜੇ ਚੌਥਾ ਪਦਾਰਥ ਆ ਮੋਖ ਦਾ ਹੱਟ ਆ। ਕਹਿੰਦੇ ਤਿੰਨ ਜਿਹੜੇ ਸਮਾ ਜਾਣੇ ਆ, ਇੱਕ ਨੇ ਕਰਤਾਰਥ ਕਰਨਾ ਹੈ, ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਭੇਦ ਦਿੱਤਾ ਆ ਕਿ ਅਸੀਂ ਇਸ ਸ਼ਿਵ ਸ਼ਕਤੀ ਦੇ ਘਰ ਵਿੱਚ ਆਏ, ਚਾਰ ਪਦਾਰਥ ਲੈ ਕੇ ਆਏ। ਅਤੇ ਮਹਾਰਾਜ ਕਹਿੰਦੇ ਤਿੰਨ ਕਾਲ ਦੇ ਦੇਸ਼ ਵਿੱਚ ਆ, ਜਿਹੜੇ ਰਜੋ ਤਮੋ ਸਤੋ, ਇਹਨਾਂ ਨੂੰ ਹੱਟ ਕਿਹਾ ਗੁਰਬਾਣੀ, ਜਿੱਥੇ ਅਸੀਂ ਸਵਾਸ ਖਰਚ ਕਰਦੇ ਹਾਂ।
ਤੇ ਮਹਾਰਾਜ ਕਹਿੰਦੇ ਆ ਇਹ ਤਿੰਨ ਜਿਹੜੇ ਆ ਇਸ ਕਾਲ ਦੇ ਦੇਸ਼ ਵਿੱਚ ਹੈ, ਤੇ ਇੱਕ ਨੇ ਕਰਤਾਰਥ ਕਰਨਾ ਹੈ, ਜਿਹੜਾ ਹੈਗਾ ਆ ਪਰਮਾਤਮਾ ਦਾ ਨਾਮ, ਜਿਹੜਾ ਅਸੀਂ ਅੰਦਰੋਂ ਸੁਣਨਾ ਹੈ, ਜਿਹੜੀ ਨਾਮ ਦੀ ਮਹਿਮਾ ਵੇਦਾਂ 'ਚ ਕੀਤੀ ਗਈ ਹੈ। ਤੇ ਜਿਹਨੂੰ ਮਹਾਰਾਜ ਕਹਿੰਦੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉ ਬਿਤਾਲਿਆ, ਕਿ ਜਿਹੜਾ ਉਸ ਨਾਮ ਨੂੰ ਨਹੀਂ ਸੁਣਦਾ, ਮਹਾਰਾਜ ਕਹਿੰਦੇ ਬਿਤਾਲਿਆ ਵਾਂਗ ਫਿਰਦਾ, ਜਿਹਨੂੰ ਮਹਾਰਾਜ ਕਹਿੰਦੇ ਵਿਣ ਨਾਮ ਹੈ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ। ਉਸ ਨਾਮ ਤੱਕ ਅਸੀਂ ਪਹੁੰਚਣਾ ਹੈ, ਤੇ ਨਾਮ ਦੀ ਹੀ ਮਹਿਮਾ ਗੁਰਬਾਣੀ ਵਿੱਚ ਸਾਨੂੰ ਭੇਦ ਦਿੱਤਾ ਹੈ, ਨਾਮ ਦੀ ਮਹਿਮਾ ਕੀਤੀ ਗਈ। ਤੇ ਮਹਾਰਾਜ ਫਿਰ ਦੱਸਦੇ ਆ ਕਿ ਜਦੋਂ ਫਿਰ ਅਸੀਂ ਇਸ ਸ਼ਿਵ ਸ਼ਕਤੀ ਦੇ ਘਰ ਵਿੱਚ ਆਏ, ਫਿਰ ਜਿਹੜੇ ਗੁਰਮੁਖਾਂ ਦੇ ਬੰਧਨ ਤੋੜ ਦਿੰਦੇ ਆ, ਉਹ ਫਿਰ ਸਾਨੂੰ ਸਮਝਾਉਂਦੇ ਆ ਇਹ ਸ਼ਿਵ ਸ਼ਕਤੀ ਦਾ ਖੇਲ, ਜਿਹਨੂੰ ਮਹਾਰਾਜ ਕਹਿੰਦੇ ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਕਿ ਮਾਲਕ ਨੇ ਆਪ ਹੀ ਸ਼ਿਵ ਸ਼ਕਤੀ ਦਾ ਖੇਲ ਬਣਾਇਆ ਆ, ਤੇ ਸਾਰਾ ਖੇਲ ਬਣਾ ਕੇ ਆਪਦੇ ਹੁਕਮ ਵਿੱਚ ਸਾਰਾ ਕੁਝ ਰੱਖਿਆ ਹੋਇਆ, ਤੇ ਆਪ ਮਾਲਕ ਦੇਖ ਰਿਹਾ ਇਸ ਖੇਲ ਨੂੰ। ਫਿਰ ਮਹਾਰਾਜ ਕਹਿੰਦੇ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ, ਕਿਸੇ ਵਿਰਲੇ ਗੁਰਮੁਖ ਨੂੰ ਫਿਰ ਉਹ ਆਪਦਾ ਭੇਦ ਦੇ ਦਿੰਦੇ ਆ ਕਿ ਆ ਕਿਵੇਂ ਸ਼ਿਵ ਸ਼ਕਤੀ ਦਾ ਮਾਲਕ ਨੇ ਖੇਲ ਚਲਾਇਆ ਹੋਇਆ। ਫਿਰ ਕਹਿੰਦੇ ਉਹ ਜਿਹੜੇ ਗੁਰਮੁਖ ਹੁੰਦੇ ਆ ਜਿਨ੍ਹਾਂ ਨੂੰ ਆਪਣਾ ਭੇਦ ਦਿੰਦੇ, ਉਹਨਾਂ ਦੇ ਬੰਧਨਾਂ ਨੂੰ ਤੋੜ ਦਿੰਦੇ ਆ ਤੇ ਮੁਕਤ ਕਰ ਦਿੰਦੇ ਆ, ਤੇ ਉਹਨਾਂ ਦੇ ਅੰਦਰ ਉਹ ਨਾਮ ਨੂੰ ਵਸਾਉਂਦੇ ਆ, ਜਿਹਨੂੰ ਮਹਾਰਾਜ ਕਹਿੰਦੇ ਤੋੜੈ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਕਿ ਉਹਨਾਂ ਦੇ ਅੰਦਰ ਉਹ ਨਾਮ ਵਸ ਜਾਂਦਾ ਜੋ ਪਰਮਾਤਮਾ ਤੋਂ ਪ੍ਰਗਟ ਹੋਈ ਆਵਾਜ਼ ਹੈ। ਉਸ ਨਾਮ ਨੂੰ ਗੁਰਬਾਣੀ ਵਿੱਚ ਸ਼ਬਦ ਵੀ ਕਿਹਾ ਹੈ। ਤੇ ਮਹਾਰਾਜ ਕਹਿੰਦੇ ਆ ਫਿਰ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਕਹਿੰਦੇ ਕਿ ਇਹ ਜਿਹੜਾ ਸ਼ਿਵ ਸ਼ਕਤੀ ਦਾ ਹੁਣ ਖੇਲ ਆਪਾਂ ਗੁਰਬਾਣੀ ਰਾਹੀਂ ਸਮਝ ਰਹੇ, ਕਹਿੰਦੇ ਕਿ ਵਿਰਲੇ ਗੁਰਮੁਖ ਨੂੰ ਇਸ ਦਾ ਭੇਦ ਦਿੰਦੇ ਆ, ਉਹਨਾਂ ਨੂੰ ਭੇਦ ਦਿੰਦੇ ਆ, ਮੁਕਤ ਕਰਦੇ ਆ, ਉਹਨਾਂ ਦੇ ਬੰਧਨ ਸਾਰੇ ਤੋੜ ਦਿੰਦੇ ਆ, ਉਹਨਾਂ ਦੇ ਅੰਦਰ ਉਹ ਨਾਮ ਵਸ ਜਾਂਦਾ ਜਿਸ ਨਾਮ ਨਾਲ ਸਾਡੀ ਲਿਵ ਟੁੱਟੀ ਆ। ਤੇ ਮਹਾਰਾਜ ਕਹਿੰਦੇ ਜਿਹੜੇ ਫਿਰ ਗੁਰਮੁਖਾਂ ਨੂੰ ਬੁਝਾਉਂਦੇ ਆ ਉਹ ਇੱਕ ਹਰੀ ਦੇ ਪਰਮਾਤਮਾ ਦੇ ਨਾਮ ਨਾਲ ਲਿਵ ਜੋੜਦੇ ਆ। ਇਹ ਫਿਰ ਸਾਰਾ ਖੇਲ ਸਾਨੂੰ ਗੁਰਬਾਣੀ 'ਚ ਭੇਦ ਦਿੱਤਾ। ਜਦੋਂ ਫਿਰ ਆਪਾਂ ਗੁਰਬਾਣੀ ਪੜ੍ਹਦੇ ਫਿਰ ਸਾਨੂੰ ਪਤਾ ਲੱਗ ਜਾਂਦਾ ਕਿੱਥੇ ਸ਼ਿਵ ਆਤਮ ਰਾਮ ਨੂੰ ਕਿਹਾ ਆ, ਕਿੱਥੇ ਸ਼ਕਤੀ ਮਾਇਆ ਨੂੰ ਕਿਹਾ ਆ, ਕਿੱਥੇ ਸ਼ਿਵ ਜੀ ਦੀ ਗੱਲ ਕੀਤੀ ਆ, ਕਿੱਥੇ ਰਜੋਗੁਣ ਤਮੋਗੁਣ ਸਤੋਗੁਣ ਦੀ ਗੱਲ ਕੀਤੀ ਆ, ਕਿੱਥੇ ਪੌਣ ਪਾਣੀ ਬਸੰਤਰ ਦੀ ਗੱਲ ਕੀਤੀ ਆ, ਉਹਨਾਂ ਦੇ ਨਾਮ ਕੀ ਆ। ਫਿਰ ਜਦੋਂ ਆਪਾਂ ਇੱਦਾਂ ਸਹਿਜ ਪਾਠ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਕਿ ਮਹਾਰਾਜ ਨੇ ਆਪਾਂ ਨੂੰ ਗੁਰਬਾਣੀ ਵਿੱਚ ਫਿਰ ਸਮਝਾਇਆ ਕਿ ਕਿਵੇਂ ਜਦੋਂ ਫਿਰ ਅਸੀਂ ਸ਼ਕਤੀ ਦੇ ਘਰੋਂ ਸ਼ਿਵ ਦੇ ਘਰ ਵਿੱਚ ਜਾਂਦੇ ਹਾਂ, ਅਤੇ ਮਹਾਰਾਜ ਕਹਿੰਦੇ ਆ ਕਿ ਇਹੀ ਸ਼ਕਤੀ ਜਦੋਂ ਆਪਾਂ ਸਿਮਰਨ ਅਭਿਆਸ ਕਰਦੇ ਹਾਂ ਸ਼ਿਵ ਦੇ ਘਰ ਦੇ ਵਿੱਚ ਆ ਜਾਂਦੀ। ਮਹਾਰਾਜ ਕਹਿੰਦੇ ਇਹਾ ਸ਼ਕਤ ਸ਼ਿਵੇ ਕਰਾਵੇ ਜੀਵਨ ਦਿਆ ਮਰ ਰਹੀ, ਕਿ ਜਦੋਂ ਹੁਣ ਆਪਾਂ ਜਿਉਂਦਿਆਂ ਜੀ ਮਰਨਾ ਸਿੱਖ ਲੈਂਦੇ ਹਾਂ, ਜਿਹੜੇ ਆਪਾਂ ਅੱਗੇ ਵੀ ਵਿਚਾਰ ਕੀਤੀ ਸੀ, ਗੁਰੂ ਸਾਹਿਬ ਗੁਰਬਾਣੀ 'ਚ ਆਪਾਂ ਨੂੰ ਸਮਝਾਉਂਦੇ ਆ ਕਿ ਮਨ ਨੇ ਵਿਚਾਰਾਂ ਤੋਂ ਰਹਿਤ ਹੋਣਾ, ਜਿਉਂਦਿਆਂ ਜੀ ਮਰਨਾ। ਅਤੇ ਜਦੋਂ ਜਿਉਂਦਿਆਂ ਜੀ ਮਰ ਜਾਣੇ, ਸਾਨੂੰ ਪਤਾ ਹੈ ਕਿ ਮਹਾਰਾਜ ਕਹਿੰਦੇ ਜਿਉਂਦਿਆਂ ਜੀ ਉਸ ਘਰ ਦਾ ਪਤਾ ਲਾ ਲਓ ਜਿੱਥੇ ਤੁਸੀਂ ਮਰ ਕੇ ਜਾਣਾ। ਅਤੇ ਮਹਾਰਾਜ ਨੇ ਆਪਾਂ ਨੂੰ ਫਿਰ ਗੁਰਬਾਣੀ 'ਚ ਭੇਦ ਦਿੱਤਾ, ਕਹਿੰਦੇ ਉਲਟੀ ਸ਼ਕਤ ਸ਼ਿਵੇ ਘਰ ਆਈ, ਕਿ ਜਿਹੜੀ ਆ ਸ਼ਕਤੀ ਜਦੋਂ ਅਸੀਂ ਮਾਇਆ ਦੇ ਦੇਸ਼ ਵਿੱਚ ਉਹਨੇ ਸ਼ਕਤੀ ਕਿਹਾ ਹੈ, ਇਹ ਫਿਰ ਸ਼ਿਵ ਦੇ ਘਰ ਵਿੱਚ ਆ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਸ਼ਕਤ ਗਈ ਭਰਮ ਕੱਟਿਆ, ਕਿ ਜਦੋਂ ਆਪਾਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਜਦੋਂ ਸਾਡਾ ਮਨ ਸ਼ਕਤੀ ਤੋਂ ਉੱਪਰ ਉੱਠ ਜਾਂਦਾ, ਇਸ ਮਾਇਆ ਦੇ ਦੇਸ਼ ਤੋਂ ਉੱਪਰ ਉੱਠ ਜਾਂਦਾ, ਅਤੇ ਫਿਰ ਮਹਾਰਾਜ ਕਹਿੰਦੇ ਭਰਮ ਸਾਡਾ ਕੱਟਿਆ ਜਾਂਦਾ। ਫਿਰ ਕੀ ਕਹਿੰਦੇ ਸ਼ਿਵ ਜੋਤ ਜਗਾਇਆ, ਕਿ ਸ਼ਿਵ ਜੋਤ ਸ਼ਿਵ ਜਿਹੜਾ ਪ੍ਰਕਾਸ਼ ਹੋ ਜਾਂਦਾ ਸਾਡੇ ਅੰਦਰ। ਕਿਹੜੀ ਜੋਤ ਜਗਦੀ ਆ? ਜਿਹੜਾ ਸਾਡਾ ਮਨ ਵੀ ਪ੍ਰਕਾਸ਼ ਰੂਪ ਆ, ਆਤਮਾ ਵੀ ਪ੍ਰਕਾਸ਼ ਰੂਪ ਆ, ਪਰਮਾਤਮਾ ਵੀ ਪ੍ਰਕਾਸ਼ ਰੂਪ ਆ। ਸਾਡਾ ਜਿਹੜਾ ਇਹ ਮਨ ਫਿਰ ਆਤਮਿਕ ਰੂਪ ਹੋ ਜਾਂਦਾ, ਉਹ ਜੋਤ ਜਗਦੀ ਅੰਦਰ ਪ੍ਰਕਾਸ਼ ਰੂਪ। ਅਤੇ ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਇਹ ਜਿਹੜੇ ਸ਼ਿਵ ਸ਼ਕਤੀ ਦੇ ਘਰ ਵਿੱਚ ਅਸੀਂ ਆ ਜਾਂਦੇ ਹਾਂ ਖੇਲਣ ਵਾਸਤੇ, ਇਸ ਖੇਲ ਨੂੰ ਸਮਝਦਿਆਂ ਹੋਇਆਂ ਅਸੀਂ ਸ਼ਕਤੀ ਤੋਂ ਉੱਪਰ ਉੱਠ ਜਾਣਾ ਹੁੰਦਾ। ਅਤੇ ਮਹਾਰਾਜ ਨੇ ਫਿਰ ਆਪਾਂ ਨੂੰ ਦੱਸਿਆ ਆ ਕਿ ਜਿਹੜੇ ਸ਼ਿਵ ਆਕਾਰ ਦੇ ਵਿੱਚ ਆਏ, ਫਿਰ ਉੱਥੋਂ ਦਾ ਆਪਾਂ ਨੂੰ ਭੇਜ ਦਿੱਤਾ ਕਿ ਜਿਹੜਾ ਸ਼ਿਵ ਸ਼ਿਵ ਕਰਦਾ ਆ, ਨਰ ਧਿਆਉਂਦਾ ਆ, ਉਹਦੀ ਕੀ ਅਵਸਥਾ ਹੁੰਦੀ ਹੈ। ਭਗਤ ਨਾਮਦੇਵ ਜੀ ਫਿਰ ਆਪਦੇ ਸ਼ਬਦ ਵਿੱਚ ਆਪਾਂ ਨੂੰ ਭੇਜ ਦਿੰਦੇ ਆ, ਕਹਿੰਦੇ ਕਿ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬਰਦ ਚੜੇ ਡੋਰੂ ਟਮਕਾਵੇ,
ਕਹਿੰਦੇ ਕਿ ਜਿਹੜਾ ਸ਼ਿਵ ਸ਼ਿਵ ਕਰਦਾ ਰਹਿੰਦਾ ਆ ਉਹ ਨਰ ਧਿਆਉਂਦਾ ਸ਼ਿਵ ਜੀ ਨੂੰ, ਅਤੇ ਉਹ ਫਿਰ ਕੀ ਉਹਦੀ ਹਾਲਤ ਹੋ ਜਾਂਦੀ ਆ ਕਿ ਉਹ ਬਲਦ 'ਤੇ ਚੜ੍ਹ ਕੇ ਡਮਰੂ ਟਮਕਾਉਂਦਾ ਰਹਿੰਦਾ। ਇੱਦਾਂ ਹੀ ਮਹਾਰਾਜ ਕਹਿੰਦੇ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਉਤਰੇ। ਕਹਿੰਦੇ ਕਿ ਜਿਹੜੇ ਅਸੀਂ ਆਕਾਰ ਦਾ ਧਿਆਨ ਧਰਦੇ ਹਾਂ, ਮਹਾਰਾਜ ਨੇ ਆਪਾਂ ਨੂੰ ਦੱਸਿਆ ਆ ਕਿ ਜੋ ਪਰਮਾਤਮਾ ਹੈ ਪ੍ਰਕਾਸ਼ ਰੂਪ ਆ, ਅਤੇ ਜਦੋਂ ਅਸੀਂ ਪਰਮਾਤਮਾ ਨੂੰ ਮਿਲਣਾ ਉੱਥੇ ਕੋਈ ਕਿਸੇ ਤਰ੍ਹਾਂ ਦਾ ਆਕਾਰ ਨਹੀਂ। ਅਤੇ ਇੱਥੇ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਭਗਤ ਨਾਮਦੇਵ ਜੀ ਸਮਝਾਉਂਦੇ ਆ, ਕਹਿੰਦੇ ਆ ਕਿ ਜਿਹੜਾ ਸ਼ਿਵ ਜੀ ਦੀ ਪੂਜਾ ਕਰਦਾ ਆ, ਆਕਾਰ ਦਾ ਧਿਆਨ ਧਰਦਾ ਆ, ਬਲਦ 'ਤੇ ਚੜ੍ਹ ਕੇ ਡਮਰੂ ਨੂੰ ਟਮਕਾਉਂਦਾ। ਫਿਰ ਇੱਦਾਂ ਹੀ ਉਹਨਾਂ ਨੇ ਦੱਸਿਆ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਅਵਤਰੇ। ਕਹਿੰਦੇ ਫਿਰ ਉਹ ਕੀ ਕਰਦੇ ਆ ਕਿ ਜਿਹੜੇ ਜਦੋਂ ਮਹਾਮਾਈ ਕੀ ਪੂਜਾ ਕਰੇ ਕਿ ਇਸ ਜਨਮ 'ਚ ਮਾਨਸ ਜਨਮ 'ਚ ਮਰਦ ਤੋਂ ਫਿਰ ਔਰਤ ਬਣ ਜਾਂਦੇ ਆ ਅਗਲੇ ਜਨਮ। ਫਿਰ ਆਪਾਂ ਨੂੰ ਇਹ ਸਮਝਾਇਆ ਆ ਉਹਨਾਂ ਨੇ, ਫਿਰ ਉਹਦੇ ਤੂੰ ਕਹੀਅਤ ਹੈ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਕਹਿੰਦੇ ਕਿ ਤੂੰ ਤਾਂ ਕਹਿੰਦੇ ਕਿ ਆਦ ਭਵਾਨੀ ਕਿਹਾ ਆ ਤੈਨੂੰ ਮਾਤਾ ਨੂੰ, ਅਤੇ ਕਹਿੰਦੇ ਕਿ ਜਦੋਂ ਮੁਕਤੀ ਦਾ ਮਾਰਗ ਆਉਂਦਾ ਉਦੋਂ ਕਿੱਥੇ ਛੁਪ ਜਾਨੀ ਜਾ ਕੇ। ਫਿਰ ਭਗਤ ਨਾਮਦੇਵ ਜੀ ਕਹਿੰਦੇ ਗੁਰਮਤ ਰਾਮ ਨਾਮ ਗਹੁ ਮੀਤਾ ਪਰਮੈ ਨਾਮਾ ਇਉਂ ਕਹਿ ਗੀਤਾ। ਕਹਿੰਦੇ ਕਿ ਇਹ ਗੀਤਾ 'ਚ ਵੀ ਉਪਦੇਸ਼ ਦਿੱਤਾ ਹੋਇਆ ਸਾਰਾ। ਗੀਤਾ ਜਿਹੜੀ ਧਾਰਮਿਕ ਪੁਸਤਕ ਆ, ਉਹ ਕਹਿੰਦੇ ਸਾਰਾ ਉਪਦੇਸ਼ ਗੀਤਾ 'ਚ ਵੀ ਦਿੱਤਾ ਹੋਇਆ ਆ। ਕਹਿੰਦੇ ਕਿ ਭਗਤ ਨਾਮਦੇਵ ਜੀ ਕਹਿੰਦੇ ਅਸੀਂ ਤਾਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਪਰਮਾਤਮਾ ਦੇ ਨਾਮ ਨਾਲ ਲਿਵ ਜੋੜੀ। ਕਿਉਂਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ 'ਚ ਸਾਨੂੰ ਇਹੀ ਭੇਦ ਦਿੱਤਾ ਕਿ ਸਾਰਿਆਂ ਤੋਂ ਉੱਤਮ ਨਾਮ ਆ, ਜਿਹੜਾ ਅਸੀਂ ਪ੍ਰੈਕਟੀਕਲ ਅਭਿਆਸ ਕਰ ਕਰਕੇ ਸਿਮਰਨ ਕਰ ਕਰਕੇ ਭਗਤੀ ਕਰਕੇ ਉਸ ਨਾਮ ਤੱਕ ਪਹੁੰਚਣਾ। ਜਿੱਦਣ ਸਾਡੀ ਨਾਮ ਨਾਲ ਲਿਵ ਜੁੜ ਗਈ, ਅਸੀਂ ਸ਼ਿਵ ਨਗਰੀ ਦੇ ਵਿੱਚ ਵਾਸਾ ਕਰ ਲਿਆ, ਫਿਰ ਸਾਡਾ ਮਨ ਸ਼ਕਤ ਤੋਂ ਉੱਪਰ ਉੱਠ ਜਾਏਗਾ। ਅਤੇ ਮਹਾਰਾਜ ਫਿਰ ਦੱਸਦੇ ਆ ਕਿ ਜਿਵੇਂ ਜਿਵੇਂ ਤੁਸੀਂ ਸਿਮਰਨ ਅਭਿਆਸ ਕਰਦੇ ਆ, ਇਹ ਖੇਲ ਦੀ ਸਾਨੂੰ ਸਮਝ ਆਉਂਦੀ ਹੈ। ਅਤੇ ਮਹਾਰਾਜ ਨੇ ਆਪਾਂ ਨੂੰ ਸਮਝਾਇਆ ਹੈ ਕਿ ਇਹ ਜਿਹੜਾ ਦੋ ਤਰਫਾ ਖੇਲ ਆ, ਜਿਹਦੇ 'ਚ ਸ਼ਿਵ ਸ਼ਕਤੀ ਵਿੱਚ ਪਰਮਾਤਮਾ ਵੱਸਦੇ ਆ, ਇਸ ਖੇਲ ਨੂੰ ਕਿਵੇਂ ਜਿੱਤਣਾ। ਫਿਰ ਆਪਾਂ ਨੂੰ ਗੁਰਬਾਣੀ ਸਮਝਾਇਆ, ਕਹਿੰਦੇ ਦੋਵੇਂ ਤਰਫਾ ਉਪਾਇਨ ਵਿੱਚ ਸ਼ਕਤ ਸ਼ਿਵ ਵਾਸਾ ਸ਼ਕਤੀ ਕਿਨੇ ਨਾ ਪਾਇਓ ਫਿਰ ਜਨਮ ਵਿਨਾਸਾ। ਕਹਿੰਦੇ ਕਿ ਜਿਹੜੀ ਅਸੀਂ ਸ਼ਕਤੀ ਦੇ ਘਰ ਵਿੱਚ ਵੱਸ ਰਹੇ ਹਾਂ, ਮਾਇਆ ਦੇ ਦੇਸ਼ ਵਿੱਚ ਵੱਸ ਰਹੇ ਹਾਂ, ਇੱਥੇ ਆਉਣਾ ਜਾਣਾ ਬਣਿਆ ਰਹਿੰਦਾ। ਜਿਨ੍ਹਾਂ ਨੇ ਸ਼ਕਤੀ ਦੇ ਨਾਲ ਲਿਵ ਜੋੜ ਲਈ, ਸ਼ਕਤੀ ਦੇ ਘਰ ਦੇ ਵਿੱਚ ਹੀ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ, ਇਸ ਮਾਇਆ ਦੇ ਦੇਸ਼ ਵਿੱਚ ਹੀ ਧਾਤ ਦਾ ਰਸਤਾ ਹੀ ਇਖਤਿਆਰ ਕੀਤਾ, ਕਹਿੰਦੇ ਫਿਰ ਉਹਨਾਂ ਦਾ ਜਨਮ ਵਿਨਾਸਾ, ਜਨਮ ਮਰਨ ਦੇ ਵਿੱਚ ਪੈ ਰਹਿੰਦੇ, ਆਉਣਾ ਜਾਣਾ ਬਣਿਆ ਰਹਿੰਦਾ। ਫਿਰ ਕਹਿੰਦੇ ਗੁਰ ਸੇਵੀਏ ਸ਼ਾਂਤ ਪਾਈਏ ਜਪ ਸਾਸ ਗਿਰਾਸਾ। ਕਹਿੰਦੇ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾਂਦਾ ਆ, ਉਸ ਦਾ ਮਨ ਸ਼ਾਂਤ ਹੁੰਦਾ। ਜਿਵੇਂ ਹੁਣ ਆਪਾਂ ਸਾਰਾ ਖੇਲ ਮਨ ਦਾ ਗੁਰਬਾਣੀ 'ਚ ਸਮਝਾਇਆ, ਮਨ ਨੂੰ ਹੀ ਸੁਰਤੀ ਕਿਹਾ ਆ, ਮਤ ਕਿਹਾ ਆ, ਬੁੱਧ ਕਿਹਾ ਆ, ਧਿਆਨ ਕਿਹਾ ਆ। ਅਤੇ ਮਹਾਰਾਜ ਗੁਰਬਾਣੀ ਵਿੱਚ ਦੱਸਦੇ ਆ ਫਿਰ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਾ ਜਾਂਦਾ ਉਹਨੂੰ ਸ਼ਾਂਤ ਆਉਂਦੀ, ਉਹਦਾ ਮਨ ਸ਼ਾਂਤ ਹੋ ਜਾਂਦਾ। ਕਹਿੰਦੇ ਗੁਰ ਸੇਵੀਏ ਸ਼ਾਂਤ ਪਾਈਏ ਜਪ ਸਾਸ ਗਰਾਸਾ। ਕਹਿੰਦੇ ਕਿਵੇਂ ਸ਼ਾਂਤੀ ਮਨ ਨੂੰ ਆਉਂਦੀ, ਜਦੋਂ ਅਸੀਂ ਜਪਦੇ ਹਾਂ ਸਾਸ ਗਰਾਸ। ਜਿਵੇਂ ਹੁਣ ਆਪਾਂ ਸਿਮਰਨ ਕਰ ਰਹੇ ਸੀ, ਸਵਾਸ ਗਰਾਸ ਵਾਹਿਗੁਰੂ ਵਾਹਿਗੁਰੂ। ਜਦੋਂ ਅਸੀਂ ਆਪਣੀ ਆਵਾਜ਼ ਨੂੰ ਸੁਣਦੇ ਹਾਂ, ਵਿਚਾਰਾਂ ਤੋਂ ਸਾਡਾ ਮਨ ਰਹਿਤ ਹੋ ਜਾਂਦਾ। ਕਹਿੰਦੇ ਭਾਵੇਂ ਸਿਮਰਤੀਆਂ ਸ਼ਾਸਤਰ ਸਾਰਿਆਂ ਦੀ ਵਿਆਖਿਆ ਕਰਕੇ ਦੇਖ ਲਓ, ਸਾਰੇ ਪੜ੍ਹ ਕੇ ਦੇਖ ਲਓ, ਸਾਰਿਆਂ ਤੋਂ ਉੱਤਮ ਉਹ ਆ ਜਿਹੜਾ ਇੱਕ ਪਰਮਾਤਮਾ ਦੇ ਨਾਲ ਲਿਵ ਜੋੜਦਾ ਆ। ਅਤੇ ਜਿਹੜਾ ਪਰਮਾਤਮਾ ਨਾਲ ਲਿਵ ਜੋੜ ਲੈਂਦਾ ਹੈ ਅਤੇ ਉਹ ਪਰਮਾਤਮਾ ਵੀ ਥਿਰ ਆ ਅਤੇ ਉਹ ਮਨ ਵੀ ਥਿਰ ਹੋ ਜਾਂਦਾ। ਫਿਰ ਮਹਾਰਾਜ ਕਹਿੰਦੇ ਸਿਮਰਤ ਸਾਸਤ ਸੋਧ ਦੇਖ ਉੱਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ। ਕਿ ਜਦੋਂ ਵੀ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਗੁਰੂ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਕੋਈ ਥਿਰ ਨਹੀਂ ਹੈਗਾ, ਅਤੇ ਨਾਮ ਤੋਂ ਹੀ ਅਸੀਂ ਬਲਿਹਾਰੇ ਜਾਂਦੇ ਹਾਂ। ਹੁਣ ਅਸੀਂ ਵੀ ਕੋਸ਼ਿਸ਼ ਕਰਨੀ ਹੁੰਦੀ ਸਾਰਿਆਂ ਨੇ ਕਿ ਨਾਮ ਦੀ ਪ੍ਰਾਪਤੀ ਹੋ ਜੇ ਸਾਨੂੰ। ਇਸ ਆਸਾਂ ਦੇ ਹੁੰਦਿਆਂ ਹੋਇਆਂ ਅਸੀਂ ਇਸ ਨਾਮ ਵਿੱਚ ਸਮਾ ਜਾਈਏ। ਹੁਣ ਆਪਾਂ ਨੂੰ ਉਹਨਾਂ ਸ਼ਬਦ ਵੀ ਸੁਣਦੇ ਆ, ਸਾਹਿਤ ਧੁਨ ਸੁਣਦੀ ਆ, ਨਾਦ ਸੁਣਦੇ ਆ, ਅਤੇ ਮਹਾਰਾਜ ਨੇ ਆਪਾਂ ਨੂੰ ਦੱਸਿਆ ਕਿ ਉੱਥੇ ਫਿਰ ਅਸੀਂ ਵਾਸਾ ਕਰਨਾ ਹੁੰਦਾ ਸ਼ਿਵ ਨਗਰੀ ਵਿੱਚ। ਅਤੇ ਗੁਰੂ ਸਾਹਿਬ ਗੁਰਬਾਣੀ 'ਚ ਭੇਜ ਦਿੰਦੇ ਸ਼ਿਵ ਨਗਰੀ ਮੈਂ ਆਸਨ ਬੈਸੋ ਕਲਪ ਤਿਆਗੀ ਬਾਦੰ ਸਿੰਘੀ ਸ਼ਬਦ ਸਦਾ ਧੁਨ ਸੋਹੇ ਅਹਨਸ ਪੂਰੇ ਨਾਦੰ। ਕਿ ਉਹਨਾਂ ਨੇ ਕਿਹਾ ਹੈ ਕਿ ਜਿੱਥੇ ਸ਼ਿਵ ਨਗਰੀ 'ਚ ਸਾਡਾ ਵਾਸਾ ਹੋ ਜਾਂਦਾ ਹੈ, ਉੱਥੇ ਕਲਪਨਾ ਸਾਡੀ ਖਤਮ ਹੋ ਜਾਂਦੀ, ਵਾਦ ਵਿਵਾਦ ਖਤਮ ਹੋ ਜਾਂਦੇ। ਸ਼ਿਵ ਨਗਰੀ ਮੈਂ ਆਸਨ ਬੈਸੋ ਕਲਪ
ਤਿਆਗੀ ਬਾਦੰ, ਕਲਪਨਾ ਵੀ ਜਿਹੜੀ ਤਿਆਗ ਦਿੱਤੀ ਜਾਂਦੀ, ਕੋਈ ਕਲਪਨਾ ਨਹੀਂ ਰਹਿੰਦੀ ਸਾਡੇ ਮਨ ਦੀ। ਫਿਰ ਕਹਿੰਦੇ ਕਿ ਬਾਦ, ਜਿਹੜਾ ਬਾਦ ਸੀ, ਵਾਦ ਵਿਵਾਦ ਕਰਦੇ, ਇਹ ਵੀ ਖਤਮ ਹੋ ਜਾਂਦਾ। ਉੱਥੇ ਫਿਰ ਕੀ ਸੁਣਦੇ ਅਸੀਂ, ਕਹਿੰਦੇ ਸਿੰਘੀ ਸ਼ਬਦ ਸਦਾ ਧੁਨ ਸੋਹੇ ਅਹਨਸ ਪੂਰੇ ਨਾਦਨ। ਕਹਿੰਦੇ ਫਿਰ ਉੱਥੇ ਨਾਦ ਦੀ ਆਵਾਜ਼ ਸੁਣਦੀ ਹੈ, ਸਾਨੂੰ ਅਨਹਦ ਸ਼ਬਦ ਸੁਣਦੇ ਆ, ਉਹ ਧੁਨ ਸੁਣਦੀ ਹੈ ਜੋ ਮਾਲਕ ਤੋਂ ਪ੍ਰਗਟ ਹੋਈ ਆਵਾਜ਼ ਆ। ਇੱਥੇ ਫਿਰ ਸ਼ਿਵ ਨਗਰੀ 10ਵੇਂ ਦੁਆਰ ਨੂੰ ਕਿਹਾ ਹੈ। ਇੱਦਾਂ ਅਸੀਂ ਗੁਰਬਾਣੀ ਦੁਆਰਾ ਖੋਜ ਕਰਨੀ ਹੁੰਦੀ ਕਿ ਗੁਰੂ ਸਾਹਿਬ ਸਾਨੂੰ ਕਿੱਥੇ ਸਮਝਾ ਰਹੇ ਆ ਕਿ ਸ਼ਿਵ ਨਗਰੀ, 10ਵਾਂ ਦੁਆਰ, ਨਿਜ ਮਹਿਲ, ਥਿਰ ਘਰ, ਕਿੱਥੇ ਫਿਰ ਅਸੀਂ ਪੜ੍ਹਦੇ ਹਾਂ ਜਿੱਥੇ ਸ਼ਿਵਜੀ ਆਕਾਰ ਵਿੱਚ ਆਏ, ਜਾਂ ਜਿਹੜੇ ਅਸੀਂ ਸਾਡੇ ਅੰਦਰ ਮਹਾਰਾਜ ਕਹਿੰਦੇ ਗੁਣ ਆ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਕਿਵੇਂ ਇਹਨਾਂ ਦੇ ਵਿੱਚ ਸਾਡਾ ਮਨ ਵਿਚਰਦਾ ਆ, ਇਹਨਾਂ ਨੂੰ ਮਾਇਆ ਵੀ ਕਿਹਾ ਆ, ਕਿਹੜੇ ਹੱਠ 'ਤੇ ਅਸੀਂ ਕਿਵੇਂ ਸਵਾਸ ਖਰਚ ਕਰਦੇ ਹਾਂ, ਉਹ ਫਿਰ ਸਾਰਾ ਸਾਨੂੰ ਗੁਰਬਾਣੀ ਦੇ ਵਿੱਚ ਖੇਲ ਸਮਝਾਇਆ। ਜਿਵੇਂ ਜਿਵੇਂ ਫਿਰ ਆਪਾਂ ਪ੍ਰੈਕਟੀਕਲ ਅਭਿਆਸ ਕਰਦੇ ਹਾਂ, ਸਿਮਰਨ ਕਰਦੇ ਹਾਂ, ਸਾਨੂੰ ਇਹ ਸੋਝੀ ਆਉਂਦੀ ਜਾਂਦੀ ਹੈ ਕਿ ਕਿਵੇਂ ਸਾਰਾ ਧਿਆਨ ਦਾ ਖੇਲ ਆ। ਜਦੋਂ ਆਪਾਂ ਸਿਮਰਨ ਕਰਦੇ ਹਾਂ ਫਿਰ ਧਿਆਨ 'ਚ ਜਾਣਾ। ਮਹਾਰਾਜ ਕਹਿੰਦੇ ਪਹਿਲਾਂ ਗਿਆਨ, ਧਿਆਨ, ਫਿਰ ਧੁਨ। ਮਹਾਰਾਜ ਕਹਿੰਦੇ ਗਿਆਨ, ਧਿਆਨ, ਧੁਨ ਜਾਣੀਏ, ਅਕਥ ਕਹਾਵੈ ਸੋਏ। ਕਿ ਜਿਹੜਾ ਗਿਆਨ, ਪਹਿਲਾਂ ਗਿਆਨ ਆ, ਫਿਰ ਧਿਆਨ ਦੇ ਵਿੱਚ ਜਾਣਾ। ਹੁਣ ਧਿਆਨ ਦੇ ਅਵਸਥਾ ਵਿੱਚ ਚੱਲਦੇ ਹਾਂ, ਕਿਸੇ ਕਿਸਮ ਦਾ ਕੋਈ ਚੀਜ਼ ਅੱਗੇ ਨਹੀਂ ਲਿਆਉਣੀ, ਕੋਈ ਆਕਾਰ, ਇੱਥੋਂ ਤੱਕ ਕਿ ਜਿਹੜੀ ਅਸੀਂ ਆ ਬ੍ਰਹਮ ਦੀ ਵਿਚਾਰ ਵੀ ਕਰਦੇ ਹਾਂ, ਜਦੋਂ ਅਸੀਂ ਧਿਆਨ ਦੇ ਵਿੱਚ ਚਲੇ ਜਾਂਦੇ ਹਾਂ, ਇਹ ਬ੍ਰਹਮ ਦੀ ਵਿਚਾਰ ਦਾ ਵੀ ਫੁਰਨਾ ਨਹੀਂ ਉੱਥੇ ਲੈਣਾ। ਸ਼ਬਦ ਦੀ ਵਿਚਾਰ, ਕੋਈ ਸੰਸਾਰ ਦੀ ਕਾਰ, ਕੋਈ ਤਸਵੀਰ, ਉਹਦਾ ਧਿਆਨ ਨਹੀਂ ਧਰਨਾ। ਸਿਰਫ ਅਸੀਂ ਕੀ ਕਰਨਾ ਹੁੰਦਾ ਹੈ ਕਿ ਸਿਮਰਨ ਕਰਕੇ ਜਦੋਂ ਸਾਡਾ ਮਨ ਵਿਚਾਰਾਂ ਤੁਰਿਆ ਜਾਵੇ, ਸੁਣ, ਉਹਨੂੰ ਕਹਿੰਦੇ ਅੱਗੇ ਧਿਆਨ ਦੀ ਅਵਸਥਾ ਸ਼ੁਰੂ ਹੋ ਜਾਂਦੀ। ਪਹਿਲਾਂ ਬੋਲਣਾ, ਫਿਰ ਧਿਆਨ ਦੇ ਵਿੱਚ ਜਾਣਾ। ਫਿਰ ਇਹ ਇੰਨਾ ਸਹਿਜ ਮਾਰ ਗਿਆ ਕਿ ਮਾਮੂਲੀ ਜਿਹਾ ਵੀ ਗਿਆਨ ਦਾ ਉੱਥੇ ਫੁਰਨਾ ਆ ਜੇ, ਫਿਰ ਅਸੀਂ ਵਾਪਸ ਇੱਥੇ ਤ੍ਰੈਗੁਣ 'ਚ ਆ ਜਾਂਦੇ। ਇੱਕ ਭੈਣ ਜੀ ਦੱਸਦੇ ਸੀ ਕਿ ਜਦੋਂ ਵੀ ਉਹ ਕਈ ਅਭਿਆਸ ਕਰਦੇ, ਕਈ ਵਾਰੀ ਉਹਨਾਂ ਨੂੰ ਪ੍ਰਕਾਸ਼ ਹੋਇਆ, ਪਰ ਉਹ ਕੀ ਹੁੰਦਾ ਕਿ ਜਦੋਂ ਉੱਥੇ ਪਹੁੰਚਦੇ ਆ ਫੁਰਨਾ ਲੈ ਲੈਂਦੇ, ਅੱਗੇ ਪਤਾ ਨਹੀਂ ਕੋਈ ਆਕਾਰ ਦਿਸ ਜਾਣਾ। ਕਦੇ ਵੀ ਉੱਥੇ ਫੁਰਨਾ ਨਹੀਂ ਲੈਣਾ, ਕਿਉਂਕਿ ਜਿੱਥੇ ਅਸੀਂ ਜਾਣਾ ਉੱਥੇ ਫੁਰ ਹੋ ਕੇ ਬੈਠਣਾ ਹੁੰਦਾ। ਜਦੋਂ ਵੀ ਮਾੜਾ ਜਿਹਾ ਵੀ ਫੁਰਨਾ ਆ ਜਾਂਦਾ, ਉਹ ਫਿਰ ਅਸੀਂ ਵਾਪਸ ਆ ਜਾਂਦੇ। ਕਹਿੰਦੇ ਕਈ ਵਾਰੀ ਅਨਹਦ ਸ਼ਬਦ ਇੰਨੇ ਤੇਜ਼ ਹੋ ਜਾਂਦੇ, ਨਾਦ ਦੀ ਆਵਾਜ਼ ਆਉਂਦੀ ਜਦੋਂ, ਫਿਰ ਡਰ ਕੇ ਵਾਪਸ ਆ ਜਾਂਦੇ। ਉੱਥੇ ਡਰਨਾ ਨਹੀਂ ਹੁੰਦਾ। ਜਦੋਂ ਵੀ ਸਾਨੂੰ ਉਹ ਆਵਾਜ਼ ਬਹੁਤ ਤੇਜ਼ ਹੁੰਦੀ ਹੈ, ਅਸੀਂ ਉਹਦੇ ਵਿੱਚ ਸਮਾਉਣਾ ਹੁੰਦਾ। ਡਰਦੇ ਤਾਂ ਆ ਕਿਉਂਕਿ ਉਹ ਅਸੀਂ ਸਹਿਣਾ ਨਹੀਂ ਸਿੱਖਿਆ ਹੁੰਦਾ ਸ਼ਬਦ ਨੂੰ। ਸੋ ਉਸ ਵਾਸਤੇ ਫਿਰ ਸਾਨੂੰ ਰੋਮ ਰੋਮ ਸਿਮਰਨ ਕਰਨਾ ਪੈਂਦਾ। ਜਦੋਂ ਅਸੀਂ ਰੋਮ ਰੋਮ ਸਿਮਰਨ ਕਰਦੇ ਹਾਂ, ਫਿਰ ਅਸੀਂ ਆਵਾਜ਼ ਨੂੰ ਵੀ ਸਹਿਣ ਕਰ ਲੈਂਦੇ ਅਤੇ ਪ੍ਰਕਾਸ਼ ਦੇ ਵਿੱਚ ਵੀ ਮਨ ਸਮਾ ਜਾਂਦਾ। ਪਰ ਜੇ ਉੱਥੇ ਧਿਆਨ 'ਚ ਥੋੜ੍ਹਾ ਜਿਹਾ ਵੀ ਫੁਰਨਾ ਆ ਜੇ, ਫਿਰ ਅਸੀਂ ਵਾਪਸ ਆ ਜਾਂਦੇ। ਹੁਣ ਜਦੋਂ ਸਾਡੇ ਮਨ ਅਤੇ ਆਤਮਾ ਇੱਕ ਰੂਪ ਹੋ ਜਾਂਦੇ ਆ, ਮਨ ਦਾ ਜਿਹੜਾ ਆਪਾ ਖਤਮ ਹੋ ਜਾਂਦਾ, ਅਤੇ ਇੱਥੇ ਫਿਰ ਸਿਰਫ ਧਿਆਨ ਕੰਮ ਕਰਦਾ। ਅਤੇ ਜਦੋਂ ਅਸੀਂ ਫਿਰ ਧਿਆਨ ਦੁਆਰਾ ਸ਼ਬਦ ਸੁਣ ਕੇ ਸ਼ਬਦ ਵਿੱਚ ਸਮਾ ਜਾਂਦੇ ਹਾਂ, ਫਿਰ ਮਾਲਕ ਦੇ ਨਾਲ ਮਿਲਾਪ ਹੁੰਦਾ। ਉੱਥੇ ਫਿਰ ਸਾਡਾ ਪੂਰਾ ਧਿਆਨ ਕੰਮ ਕਰਦਾ, ਕਿਉਂਕਿ ਉੱਥੇ ਫਿਰ ਤ੍ਰੈ ਗੁਣਾਂ ਦੀ ਕੋਈ ਗੱਲ ਨਹੀਂ ਹੁੰਦੀ, ਇਸ ਲੋਕ ਦੀ ਕੋਈ ਗੱਲ ਨਹੀਂ ਹੁੰਦੀ, ਉੱਥੇ ਫਿਰ ਪਰਲੋਕ ਦੀ ਹੱਦ ਹੁੰਦੀ। ਅਤੇ ਮਹਾਰਾਜ ਕਹਿੰਦੇ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਲੇਕਿਨ ਮਹਾਰਾਜ ਕਹਿੰਦੇ ਅਕਥ ਕਹਾਵੈ ਸੋਏ, ਵਿਛੜਨ ਤੋਂ ਮਿਲਾਪ ਦੀ ਕਹਾਣੀ। ਜੋ ਗੁਰਮੁਖ ਮਿਲਾਪ ਕਰਦੇ ਆ, ਫਿਰ ਸਾਨੂੰ ਉਹ ਕਹਾਣੀ ਸਮਝਾਉਂਦੇ ਆ ਕਿ ਕਿਵੇਂ ਤੁਸੀਂ ਵੀ ਪਰਮਾਤਮਾ ਨਾਲ ਮਿਲ ਸਕਦੇ ਆ। ਫਿਰ ਇਸੇ ਤਰ੍ਹਾਂ ਹੁਣ ਜਿਹੜੇ ਸੰਸਾਰ 'ਚ ਅਸੀਂ ਦੇਖਦੇ ਹਾਂ ਧਿਆਨ ਦੀ ਅਵਸਥਾ ਬਾਰੇ, ਕਈ ਉਦਾਹਰਨਾਂ ਆਉਂਦੀਆਂ, ਜਿਵੇਂ ਕੂੰਜਾਂ ਪਹਾੜਾਂ 'ਤੇ ਹੁੰਦੀਆਂ, ਜਦੋਂ ਮੈਦਾਨੀ ਇਲਾਕੇ ਵਿੱਚ ਆਉਂਦੀਆਂ ਤਾਂ ਉਸ ਵਕਤ ਉਹ ਧਿਆਨ ਦੁਆਰਾ ਪਿੱਛੇ ਆਪਣੇ ਬੱਚਿਆਂ ਦਾ ਧਿਆਨ ਦੁਆਰਾ ਪਾਲਣਾ ਕਰਦੀਆਂ। ਇੱਦਾਂ ਹੀ ਫਿਰ ਉਦਾਹਰਨ ਦਿੱਤੀ ਕੱਛੂ ਕੁੰਮੇ ਦੀ, ਉਹ ਪਾਣੀ ਦੇ ਵਿੱਚ ਹੁੰਦਾ ਅਤੇ ਉਹ ਆਂਡੇ ਬਾਹਰ ਦਿੰਦਾ, ਧਿਆਨ ਦੁਆਰਾ ਹੀ ਫਿਰ ਉਹ ਬੱਚੇ ਕੱਢ ਕੇ ਫਿਰ ਅੰਦਰ ਲੈ ਜਾਂਦਾ। ਇਹ ਫਿਰ ਇੱਦਾਂ ਹੀ ਜਿਵੇਂ ਹੁਣ ਇੱਕ ਮਾਂ ਹੁੰਦੀ ਹੈ, ਉਹਨੇ ਬੱਚੇ ਨੂੰ ਅੰਦਰ ਪਾਇਆ, ਕੰਮ ਕਰਦੀ, ਉਹਦਾ ਧਿਆਨ ਹੁੰਦਾ, ਭਾਵੇਂ ਮਾਂ ਦਾ ਪ੍ਰੈਕਟੀਕਲ ਨਹੀਂ ਹੁੰਦਾ, ਪਰ ਉਹ ਧਿਆਨ ਹੁੰਦਾ ਬੱਚੇ ਦੇ ਵਿੱਚ। ਅਤੇ ਇਸੇ ਤਰੀਕੇ ਨਾਲ ਫਿਰ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਹੈ ਕਿ ਜੇ ਅਸੀਂ, ਸਾਡਾ ਸੱਚ ਨਾਲ ਮਿਲਾਪ ਹੋ ਜਾਂਦਾ, ਅਸੀਂ ਧਿਆਨ ਸੱਚ ਵਿੱਚ ਲਾ ਲੈਂਦੇ ਹਾਂ, ਫਿਰ ਹਰ ਵਕਤ ਉਹ ਮਾਤਾ ਪਿਤਾ ਸਾਡਾ ਰੱਖਿਆ ਕਰਦਾ ਹੈ। ਪਰਮਾਤਮਾ ਤਾਂ ਹਰ ਵਕਤ ਸਾਡੇ ਨਾਲ ਆ, ਅੰਦਰ ਵੀ ਆ, ਬਾਹਰ ਵੀ ਆ। ਲੇਕਿਨ ਜਿਹੜਾ ਮਨ ਧਾਰ ਦੇ ਰਸਤੇ 'ਤੇ ਚਲਾ ਜਾਂਦਾ, ਮਨਮੁਖ ਬਣ ਜਾਂਦਾ, ਹੁਕਮ ਤੋਂ ਆਕੀ ਹੋ ਜਾਂਦਾ। ਜਿਹੜਾ ਫਿਰ ਮਨ ਉਹ ਪਰਮਾਤਮਾ ਨਾਲ ਪਿਆਰ ਪਾ ਲੈਂਦਾ,
ਉਹ ਇੰਨਾ ਧਿਆਨ ਉਹਦਾ ਪ੍ਰਪੱਕ ਹੋ ਜਾਂਦਾ ਆ ਕਿ ਉਹ ਇੱਕ ਰੱਖਿਆ ਚੱਕਰ ਬਣ ਜਾਂਦਾ। ਜਿਵੇਂ ਆਪਾਂ ਇਤਿਹਾਸ ਵਿੱਚ ਵੀ ਪੜ੍ਹਦੇ ਹਾਂ, ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਕੀ ਡਰੋਲੀ ਬੈਠੇ ਸੀ ਅਤੇ ਭਾਈ ਬਿਧੀ ਚੰਦ ਪੱਟੀ ਵਿੱਚ ਉਹਨਾਂ ਨੂੰ ਘੇਰਾ ਪੈ ਗਿਆ ਸੀ, ਅਤੇ ਉਹ ਭੱਠੀ ਦੀ ਅੱਗ ਦੇ ਵਿੱਚ ਉਹਨਾਂ ਨੇ ਧਿਆਨ ਦੁਆਰਾ ਭਾਈ ਬਿਧੀ ਚੰਦ ਦੀ ਰੱਖਿਆ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਇਸੇ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮੱਖਣ ਸ਼ਾਹ ਲਬਾਣੇ ਦਾ ਧਿਆਨ ਦੁਆਰਾ ਸੁਰੱਖਿਆ ਚੱਕਰ ਬਣਾ ਕੇ ਰੱਖਿਆ ਕੀਤੀ, ਉਹਨਾਂ ਦਾ ਜਿਹੜਾ ਸੀ ਜਹਾਜ਼ ਬੰਨੇ ਲਾਇਆ। ਇਹ ਧਿਆਨ ਦੁਆਰਾ ਸਾਰਾ ਆਪਾਂ ਨੂੰ ਗੁਰਬਾਣੀ ਵਿੱਚ ਭੇਜ ਦਿੱਤਾ ਕਿ ਜਿਵੇਂ ਹੁਣ ਆਪਾਂ ਵੀ ਕਿਸੇ ਇੰਨਾ ਅਭਿਆਸ ਹੋ ਜਾਏ, ਜੇ ਆਪਾਂ ਕਿਸੇ ਦੀ ਮਦਦ ਕਰਨਾ ਚਾਹੁੰਦੇ ਧਿਆਨ ਦੁਆਰਾ ਕਰ ਸਕਦੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਿਆਨ ਦੇ ਵਿੱਚ ਬੈਠੇ ਸੀ, ਭਾਈ ਜੋਗਾ ਜੀ ਹੁਸ਼ਿਆਰਪੁਰ ਵਿੱਚ ਆ ਗਏ, ਗੁਰੂ ਸਾਹਿਬ ਨੇ ਧਿਆਨ ਦੁਆਰਾ ਉਹਨਾਂ ਦੀ ਰੱਖਿਆ ਕੀਤੀ। ਇਹ ਧਿਆਨ ਦੀ ਅਵਸਥਾ ਆਪਾਂ ਨੂੰ ਗੁਰਬਾਣੀ ਸਮਝਾਈ। ਜਿੱਥੇ ਅਸੀਂ ਬੋਲਣ ਤੋਂ ਬਾਅਦ ਜਾਣਾ ਹੁੰਦਾ, ਫਿਰ ਹੁੰਦੇ ਗਿਆਨ ਤੋਂ ਬਾਅਦ ਧਿਆਨ। ਇੱਥੇ ਸਾਨੂੰ ਅਜੇ ਗਿਆਨ ਹੁੰਦਾ ਹੈ ਕਿ ਅਸੀਂ ਸਿਮਰਨ ਅਭਿਆਸ ਕਰ ਰਹੇ ਹਾਂ, ਅਸੀਂ ਸਰੀਰ ਦੁਆਰਾ ਇੱਦਾਂ ਚੌਕੜੀ ਮਾਰ ਕੇ ਬੈਠੇ ਹਾਂ, ਪਰ ਜਦੋਂ ਵਾਹਿਗੁਰੂ ਬਖਸ਼ਿਸ਼ ਕਰ ਦਿੰਦੇ ਧਿਆਨ 'ਚ ਚਲੇ ਜਾਂਦੇ ਹਾਂ, ਉਦੋਂ ਫਿਰ ਸਾਡੇ ਸਰੀਰ ਦਾ ਸਾਨੂੰ ਭੇਦ ਨਹੀਂ ਰਹਿੰਦਾ। ਉਸ ਵਕਤ ਧਿਆਨ ਦੇ ਵਿੱਚ ਪਹਿਲਾਂ ਸ਼ਬਦ ਨੂੰ, ਨਾਮ ਨੂੰ ਪਕੜਨਾ, ਫਿਰ ਨਾਮ 'ਚ ਸਮਾ ਕੇ ਸੱਚ ਦੇ ਸਨਮੁਖ ਹੋਣਾ। ਆਤਮ ਪਹਿਲਾਂ ਮਨ ਨੇ ਆਤਮਿਕ ਰੂਪ ਹੋਣਾ, ਫਿਰ ਪਰਮਾਤਮਾ ਨਾਲ ਮਿਲਣਾ, ਜਿਹਨੂੰ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਫਿਰ ਜਦੋਂ ਸਾਡਾ ਇੰਨਾ ਧਿਆਨ ਪ੍ਰਪੱਕ ਹੋ ਜਾਂਦਾ, ਫਿਰ ਅਸੀਂ ਜਿੱਥੇ ਵੀ ਹੁੰਦੇ ਹਾਂ ਪਰਮਾਤਮਾ ਸਾਡੀ ਰੱਖਿਆ ਕਰਦੇ ਆ, ਜਿਹਨੂੰ ਮਹਾਰਾਜ ਕਹਿੰਦੇ ਪਹਿਰੇ 'ਤੇ ਲੱਗ ਜਾਂਦੇ। ਗੁਰੂ ਸਾਹਿਬ ਗੁਰਬਾਣੀ 'ਚ ਫਰਮਾਉਂਦੇ ਆ, ਉਠਤ ਸੂਵਤ ਹਰ ਸੰਗ ਪੈਰੂਆ, ਕਿ ਉੱਠਦਿਆਂ ਵੀ ਜਦੋਂ ਅਸੀਂ ਸੰਸਾਰ 'ਚ ਜਾਗਦੇ ਹੁੰਦੇ ਹਾਂ ਅਤੇ ਸੁੱਤਿਆਂ ਵੀ ਪਰਮਾਤਮਾ ਫਿਰ ਸਾਡੇ ਪਹਿਰੇ 'ਤੇ ਹੁੰਦੇ ਆ, ਉਸ ਬੱਚੇ ਦੀ ਰੱਖਿਆ ਕਰਦੇ ਹਰ ਵਕਤ। ਇਸੇ ਤਰੀਕੇ ਨਾਲ ਅਸੀਂ ਗੁਰਬਾਣੀ ਪੜ੍ਹ ਕੇ ਉਸ ਮਾਲਕ ਨਾਲ ਪ੍ਰੀਤ ਪਾਉਣੀ ਹੁੰਦੀ, ਅਤੇ ਜਦੋਂ ਸਾਡੀ ਉਸ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੁੜ ਜਾਂਦੀ ਆ, ਮਹਾਰਾਜ ਬਖਸ਼ਿਸ਼ ਕਰਦੇ ਆ, ਫਿਰ ਸਾਡਾ ਇਹ ਜਨਮ ਸਫਲ ਹੋ ਜਾਂਦਾ। ਤਾਂ ਮਹਾਰਾਜ ਕਹਿੰਦੇ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ, ਅੱਗੇ ਦਰਗਹਿ ਮੰਨੀਏ ਮਿਲੇ ਨਥਾਵੇਂ ਥਾਉ। ਜਦੋਂ ਸਾਡੀ ਪ੍ਰੀਤ ਪਰਮਾਤਮਾ ਦੇ ਚਰਨਾਂ ਨਾਲ, ਪਰਮਾਤਮਾ ਦੇ ਚਰਨ ਕਿਹੜੇ ਆ? ਨਾਮ ਸ਼ਬਦ, ਉਸ ਨਾਲ ਸਾਡੀ ਜੁੜ ਜਾਂਦੀ ਆ ਲਿਵ, ਅਤੇ ਫਿਰ ਮਹਾਰਾਜ ਕਹਿੰਦੇ ਸਾਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਂਦੀ। ਸੋ ਮਹਾਰਾਜ ਸਾਡੀ ਸਾਰਿਆਂ 'ਤੇ ਕਿਰਪਾ ਕਰਨ, ਜੋ ਅਸੀਂ ਸਾਰੇ ਗੁਰੂ ਸਾਹਿਬ ਦੀ ਗੱਲ ਮੰਨ ਕੇ ਹੁਕਮ ਦੇ ਵਿੱਚ ਆ ਕੇ ਇਹ ਸਾਰਾ ਪ੍ਰੈਕਟੀਕਲ ਕਰਕੇ ਉਹ ਪਰਮਾਤਮਾ ਨਾਲ ਮਿਲਾਪ ਕਰ ਲਈਏ। ਇੰਨੀਆਂ ਬੇਨਤੀਆਂ ਕਰਦਿਆਂ ਹੋਇਆਂ ਜੇ ਕੋਈ ਸ਼ਬਦ ਗਲਤ ਬੋਲਿਆ ਗਿਆ ਹੋਵੇ, ਗੁਰੂ ਅਤੇ ਸੰਗਤ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।